ਸਤਿ ਸ਼੍ਰੀ ਅਕਾਲ ਬੱਚਿਓ, ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਸਾਡੀ ਸੈਕਿੰਡ ਟਰਮ ਸਟਾਰਟ, ਜੋ ਕਿ 12 ਲੈਸਨ ਤੋਂ ਸਟਾਰਟ ਹੈ। ਤੇ ਗ੍ਰਾਮਰ ਦੇ ਟੌਪਿਕ ਮੈਂ ਸਾਰੇ ਆਲਰੇਡੀ ਕਰਾ ਚੁੱਕੀ ਹਾਂ ਤੁਹਾਨੂੰ, ਸਿਰਫ ਐਸੇ ਔਰ ਐਪਲੀਕੇਸ਼ਨ ਰਹਿ ਗਈ ਹੈ, ਜੋ ਕਿ ਅਗਰ ਸਕੂਲ ਖੁੱਲ੍ਹਦੇ ਹਨ ਤਾਂ ਮੈਂ ਤੁਹਾਨੂੰ ਬਾਅਦ 'ਚੋਂ ਕਰਾਵਾਂਗੀ, ਕਿਉਂਕਿ ਅਗਰ ਸਕੂਲ ਹੀ ਨਹੀਂ ਖੁੱਲ੍ਹਣਗੇ ਤਾਂ ਆਈ ਹੋਪ ਕਿ ਤੁਹਾਨੂੰ ਐਸੇ ਔਰ ਐਪਲੀਕੇਸ਼ਨ ਪੇਪਰ ਵਿੱਚ ਨਹੀਂ ਆਉਣਗੇ। ਇਸ ਲਈ ਮੈਂ ਐਸੇ ਐਪਲੀਕੇਸ਼ਨ ਹਜੇ ਛੱਡ ਰਹੀ ਹਾਂ। ਤੇ ਅਸੀਂ ਆਪਣੇ ਲੈਸਨ ਸਟਾਰਟ ਕਰਦੇ ਹਾਂ। ਲੈਸਨ ਨੰਬਰ 12 ਤੋਂ ਸਾਡੀ ਸੈਕਿੰਡ ਟਰਮ ਸਟਾਰਟ ਹੈ। ਤੇ ਅਸੀਂ ਕਰਦੇ ਹਾਂ ਅੱਜ ਲੈਸਨ ਨੰਬਰ 12, ਜਿਸ ਦਾ ਨਾਮ ਹੈ ਪਹਿਲਾ ਮਨੁੱਖ ਤੇ ਅੱਗ ਦੀ ਖੋਜ। ਪਹਿਲਾ ਮਨੁੱਖ ਆਦਿ ਮਾਨਵ ਨੂੰ ਹੀ ਕਿਹਾ ਜਾਂਦਾ ਹੈ। ਸਾਰੇ ਬੱਚੇ SST ਦੇ ਵਿੱਚ ਪੜ੍ਹ ਚੁੱਕੇ ਹਨ ਇਸਨੂੰ, ਕੋਈ ਔਖਾ ਲੈਸਨ ਨਹੀਂ ਹੈ। ਤੇ ਆਦਿ ਮਾਨਵ ਨੇ ਅੱਗ ਦੀ ਖੋਜ ਕਿਵੇਂ ਕੀਤੀ ਉਸ ਬਾਰੇ ਦੱਸਿਆ ਗਿਆ ਹੈ ਕਿ ਉਸਨੇ ਅੱਗ ਨੂੰ ਕਿਵੇਂ ਲੱਭਿਆ ਅਤੇ ਉਸਨੇ ਆਪਣੀ ਤਰੱਕੀ ਕਿਵੇਂ ਕੀਤੀ ਔਰ ਕਿਸ ਸਹਾਰੇ ਕੀਤੀ। ਇਹ ਸਾਰਾ ਕੁਝ ਇਸ ਪਾਠ ਵਿੱਚ ਦੱਸਿਆ ਗਿਆ ਹੈ। ਆਓ ਅਸੀਂ ਪਾਠ ਪੜ੍ਹਦੇ ਹਾਂ। ਪਿਆਰੇ ਬੱਚਿਓ, ਜਦੋਂ ਮਨੁੱਖ ਧਰਤੀ 'ਤੇ ਆਇਆ, ਉਸਦਾ ਰਹਿਣ ਸਹਿਣ, ਖਾਣ ਪੀਣ, ਬੋਲ ਚਾਲ ਤੇ ਜੀਵਨ ਸ਼ੈਲੀ ਅੱਜ ਵਾਂਗੂ ਨਹੀਂ ਸੀ। ਉਸਨੇ ਅੱਜ ਦੀ ਜ਼ਿੰਦਗੀ ਤੱਕ ਪਹੁੰਚਣ ਲਈ ਬਹੁਤ ਹੀ ਮਿਹਨਤ ਕੀਤੀ ਅਤੇ ਉਸਨੂੰ ਕਈ ਸਾਲ ਲੱਗ ਗਏ ਅੱਜ ਦੀ ਜ਼ਿੰਦਗੀ ਤੱਕ ਪਹੁੰਚਣ ਵਿੱਚ। ਅਸਲ ਵਿੱਚ ਪਹਿਲੇ ਮਨੁੱਖ ਤੇ ਜਾਨਵਰਾਂ ਵਿੱਚ ਬਹੁਤ ਜ਼ਿਆਦਾ ਫਰਕ ਨਹੀਂ ਸੀ। ਉਹ ਸਾਰੀਆਂ ਹਰਕਤਾਂ ਜਾਨਵਰਾਂ ਵਾਂਗੂ ਕਰਦਾ ਸੀ, ਜਿਵੇਂ ਕਿ ਦਰਖਤਾਂ 'ਤੇ ਰਹਿਣਾ, ਕੱਚਾ ਮਾਸ ਖਾਣਾ ਔਰ ਸਾਰਾ ਦਿਨ ਭੱਜਦੇ ਰਹਿਣਾ। ਮਨੁੱਖ ਤੇ ਜਾਨਵਰਾਂ ਵਿੱਚ ਸਿਰਫ ਇੰਨਾ ਹੀ ਫਰਕ ਸੀ ਕਿ ਮਨੁੱਖ ਕੋਲੋਂ ਕੀ ਸੀ, ਇੱਕ ਸੋਚਵਾਨ ਦਿਮਾਗ। ਸੋਚਵਾਨ ਮਤਲਬ ਸੋਚਣ ਯੋਗ ਦਿਮਾਗ ਸੀ ਉਹਦੇ ਕੋਲੋਂ। ਕੁਦਰਤ ਨੇ ਉਸਨੂੰ ਇੱਕ ਸੋਚਣ ਯੋਗ ਦਿਮਾਗ ਦੇ ਕੇ ਧਰਤੀ 'ਤੇ ਭੇਜਿਆ ਸੀ। ਇਹ ਜੋ ਮਨੁੱਖ ਨੇ ਅੱਜ ਇੰਨੀ ਤਰੱਕੀ ਕੀਤੀ ਹੈ, ਉਹ ਆਪਣੇ ਦਿਮਾਗ ਦੇ ਸਿਰ 'ਤੇ ਹੀ ਕੀਤੀ ਹੈ। ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਅੱਗ ਦੀ ਖੋਜ, ਜਿਸ ਦੇ ਬਾਰੇ ਇਹ ਲੈਸਨ ਹੈ। ਅੱਗ ਦੀ ਖੋਜ ਨੇ ਮਨੁੱਖ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਲਿਆਂਦਾ। ਅਸੀਂ ਵੇਖਦੇ ਹਾਂ, ਜਦੋਂ ਵੀ ਅਸਮਾਨੀ ਬਿਜਲੀ ਕੜਕਦੀ ਹੈ ਤਾਂ ਕਈ ਵਾਰ ਹੇਠਾਂ ਗਿਰ ਜਾਏ ਤਾਂ ਘਾਹ ਫੂਸ ਨੂੰ ਅੱਗ ਲੱਗ ਜਾਂਦੀ ਹੈ, ਜਿਸ ਤੋਂ ਐਵੇਂ ਲੱਗਦਾ ਹੈ ਕਿ ਅੱਗ ਦੀ ਖੋਜ ਅਸਮਾਨੀ ਬਿਜਲੀ ਨਾਲ ਕੀਤੀ ਹੋਵੇਗੀ ਆਦਿ ਮਾਨਵ ਨੇ। ਪਰ ਉਸਨੇ ਅੱਗ ਦੇ ਫਾਇਦਿਆਂ ਨੂੰ ਜਾਣਿਆ ਹੋਵੇਗਾ। ਉਸਨੇ ਕੱਚਾ ਮਾਸ ਪਕਾ ਕੇ ਖਾਣਾ ਸ਼ੁਰੂ ਕੀਤਾ ਹੋਵੇਗਾ। ਕੱਚੇ ਮਾਸ ਤੇ ਅੱਗ ਨਾਲ ਪਕੇ ਹੋਏ ਮਾਸ ਦੇ ਖਾਣ ਵਿੱਚ ਜੋ ਸਵਾਦ ਸੀ, ਉਸਨੂੰ ਮਹਿਸੂਸ ਕੀਤਾ ਹੋਵੇਗਾ। ਅਸੀਂ ਅੱਜ ਅੱਗ ਦੀ ਪੂਜਾ ਕਰਦੇ ਹਾਂ। ਕਿਉਂ? ਸਾਡੇ ਗ੍ਰੰਥਾਂ ਵਿੱਚ ਅੱਗ ਨੂੰ ਦੇਵਤਾ ਮੰਨ ਕੇ ਪੂਜਾ ਕਰਨ ਲਈ ਕਿਹਾ ਗਿਆ ਹੈ। ਇਸ ਦਾ ਇਹੀ ਕਾਰਨ ਹੈ, ਅੱਗ ਨੇ ਮਨੁੱਖ ਨੂੰ ਇੰਨੇ ਕੁ ਲਾਭ ਪਹੁੰਚਾਏ ਹੋਣਗੇ ਕਿ ਉਹ ਇੱਕ ਦੇਵਤਾ ਬਣ ਗਈ। ਅੱਜ ਵੀ ਪਿੰਡਾਂ ਵਿੱਚ ਅੱਗ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਪਿੰਡਾਂ ਦੀਆਂ ਸੁਆਣੀਆਂ ਮਤਲਬ ਜਨਾਨੀਆਂ, ਲੇਡੀਜ਼ ਅੱਗ 'ਤੇ ਸਾਰਾ ਕੰਮ ਕਾਰ ਕਰਕੇ ਉਸਨੂੰ ਦੱਬ ਦਿੰਦੀਆਂ ਹਨ, ਯਾਨੀ ਕੋਲੇ ਦੇ ਰੂਪ ਵਿੱਚ, ਜੋ ਕਿ ਸੁਲਗਦੇ ਰਹਿੰਦੇ ਹਨ ਬਹੁਤ ਦੇਰ, ਉਹਨਾਂ 'ਤੇ ਅੱਗ ਤਾਜ਼ਾ ਰਹਿੰਦੀ ਹੈ। ਪਿੰਡਾਂ ਦੀਆਂ ਸੁਆਣੀਆਂ ਜਦੋਂ ਚਾਹੁਣ ਅੱਗ ਦੇ ਕੋਲੋਂ ਕੋਲੇ ਕੱਢ ਕੇ ਥੋੜ੍ਹਾ ਘਾਹ ਫੂਸ ਉਸਦੇ ਉੱਪਰ ਰੱਖ ਲੈਂਦੀਆਂ ਹਨ ਅਤੇ ਅੱਗ ਬਾਲ ਲੈਂਦੀਆਂ ਹਨ। ਅੱਗ ਦੀ ਸੰਭਾਲ ਵੀ ਮੁੱਢ ਕਦੀਮੀ ਤੋਂ ਚੱਲਦੀ ਆ ਰਹੀ ਹੈ। ਮੁੱਢ ਕਦੀਮੀ ਮਤਲਬ ਸ਼ੁਰੂ ਦੇ ਸਮੇਂ ਤੋਂ, ਸਟਾਰਟਿੰਗ ਤੋਂ ਹੀ। ਅਸਲ ਵਿੱਚ ਉਸ ਸਮੇਂ ਅੱਗ ਬਾਲਣ ਲਈ ਮਾਚਿਸ ਦੀਆਂ ਤੀਲੀਆਂ ਨਹੀਂ ਸੀ ਹੁੰਦੀਆਂ। ਪਹਿਲਾ ਮਨੁੱਖ ਪੱਥਰਾਂ ਨਾਲ ਰਗੜ ਕੇ ਅੱਗ ਪੈਦਾ ਕਰਦਾ ਸੀ। ਹੁਣ ਵੀ ਅਸੀਂ ਇੱਕ ਪੱਥਰ ਨੂੰ ਦੂਜੇ ਨਾਲ ਅਗਰ ਰਗੜ ਦਈਏ ਤਾਂ ਅੱਗ ਬਲ ਜਾਂਦੀ ਹੈ। ਅੱਗ ਦੀ ਖੋਜ ਦਾ ਇਹ ਦੂਜਾ ਕਾਰਨ ਵੀ ਹੋ ਸਕਦਾ ਹੈ। ਇਹ ਸਾਰੇ ਕਾਰਨ ਦੱਸੇ ਗਏ ਹਨ। ਅਸਮਾਨੀ ਬਿਜਲੀ ਹੋ ਗਈ, ਪੱਥਰ ਦਾ ਪੱਥਰ ਨਾਲ ਟਕਰਾਉਣਾ ਹੋ ਗਿਆ, ਜਾਂ ਅੱਗ ਨੂੰ ਦੱਬ ਕੇ ਰੱਖਣਾ ਹੋ ਗਿਆ। ਅੱਗੇ ਦੱਸਿਆ ਗਿਆ ਹੈ, ਅੱਗ ਮਨੁੱਖ ਨੂੰ ਸਰਦੀ ਦੇ ਮੌਸਮ ਵਿੱਚ ਨਿੱਘ ਦਿੰਦੀ ਹੈ। ਨਿੱਘ ਮਤਲਬ ਗਰਮਾਈ। ਅੱਜ ਵੀ ਅਸੀਂ ਸਰਦੀਆਂ ਵਿੱਚ ਚੁੱਲ੍ਹਿਆਂ ਵਿੱਚ ਬਲਦੀ ਅੱਗ ਦੇ ਅੱਗੇ ਬੈਠਣਾ ਪਸੰਦ ਕਰਦੇ ਹਾਂ। ਪਿੰਡਾਂ ਸ਼ਹਿਰਾਂ ਵਿੱਚ ਲੋਕ ਭਰੀ ਸਰਦੀ ਵਿੱਚ ਅੱਗ ਦੀਆਂ ਧੂਣੀਆਂ ਬਾਲ ਕੇ ਬੈਠੇ ਆਮ ਦਿਖਾਈ ਦਿੰਦੇ ਹਨ। ਦੇਖੇ ਹੋਣੇ ਤੁਸੀਂ, ਬਾਜ਼ਾਰ ਵਿੱਚ ਧੂਣੀ ਬਾਲ ਕੇ ਬੈਠੇ ਹੁੰਦੇ ਹਨ ਲੋਕ। ਪਹਿਲੇ ਮਨੁੱਖ ਨੇ ਵੀ ਸਰਦੀ ਤੋਂ ਬਚਣ ਲਈ ਅੱਗ ਦੀ ਖੋਜ ਇਸ ਲਈ ਕੀਤੀ ਹੋਵੇਗੀ। ਅੱਜ ਅੱਗ ਜੰਗਲੀ ਜਾਨਵਰਾਂ ਤੋਂ ਵੀ ਬਚਾਅ ਕਰਦੀ ਹੈ। ਕਿਤੇ ਅੱਗ ਬਲੀ ਹੋਵੇ, ਸ਼ੇਰ, ਚੀਤੇ ਜਾਂ ਹੋਰ ਜਾਨਵਰ ਨੇੜੇ ਨਹੀਂ ਆਉਂਦੇ। ਮਨੁੱਖ ਕੋਲ ਆਪਣਾ ਕੋਈ ਘਰ ਤਾਂ ਹੈ ਨਹੀਂ ਸੀ। ਉਹ ਸਾਰਾ ਦਿਨ ਦਰਖਤਾਂ 'ਤੇ ਚੜ੍ਹ ਕੇ ਬੈਠ ਨਹੀਂ ਸੀ ਸਕਦਾ। ਇਸ ਲਈ ਉਸਨੇ ਆਪਣੀ ਸੁਰੱਖਿਆ ਲਈ ਅੱਗ ਨੂੰ ਜ਼ਰੀਆ ਬਣਾਇਆ। ਜ਼ਰੀਆ ਮਤਲਬ ਇੱਕ ਆਪਣੀ ਸੁਰੱਖਿਆ ਲਈ ਉਸਨੂੰ ਵਰਤਿਆ। ਜੰਗਲੀ ਜਾਨਵਰਾਂ ਤੋਂ ਬਚਣ ਲਈ ਅੱਗ ਬਾਲ ਕੇ ਉਹ ਬੈਠਾ ਰਹਿੰਦਾ ਹੋਵੇਗਾ। ਇਸ ਤਰ੍ਹਾਂ ਹੌਲੀ ਹੌਲੀ ਅੱਗ 'ਤੇ ਮਨੁੱਖ ਦਾ ਕਾਬੂ ਹੁੰਦਾ ਗਿਆ। ਉਸਨੇ ਅੱਗ ਦੀ ਸੰਭਾਲ ਦੀ ਵਿਧੀ ਅਪਣਾਈ। ਮਾਚਿਸ ਨਾਲ ਅੱਗ ਜਲਾਉਣੀ ਤਾਂ ਮਨੁੱਖ ਦੀ ਅੱਜ ਦੀ ਕਾਢ ਹੈ। ਇਹ ਸਭ ਉਸਦੀ ਬੁੱਧੀ ਸਦਕਾ ਹੀ ਹੋ ਸਕਿਆ ਹੈ, ਯਾਨੀ ਉਸਦੀ ਬੁੱਧੀ ਦਾ ਨਤੀਜਾ ਹੈ, ਦਿਮਾਗ ਦਾ। ਅੱਗ ਦੀ ਖੋਜ ਦੇ ਨਾਲ ਨਾਲ ਮਨੁੱਖ ਨੇ ਹਥਿਆਰ ਵੀ ਬਣਾਉਣੇ ਸ਼ੁਰੂ ਕੀਤੇ। ਸਭ ਤੋਂ ਪਹਿਲਾਂ ਮਨੁੱਖ ਨੇ ਪੱਥਰ ਦੇ ਹਥਿਆਰ ਬਣਾਏ। ਹਥਿਆਰਾਂ ਨਾਲ ਉਸਦੀ ਦਲੇਰੀ ਵੱਧ ਗਈ, ਕਿਉਂਕਿ ਉਹ ਆਪਣੀ ਜੋ ਸੁਰੱਖਿਆ ਕਰ ਸਕਦਾ ਸੀ ਜੰਗਲੀ ਜਾਨਵਰਾਂ ਤੋਂ ਹਥਿਆਰਾਂ ਨਾਲ।
ਫਿਰ ਉਸਨੇ ਔਜ਼ਾਰਾਂ ਦੀ ਸਹਾਇਤਾ ਨਾਲ ਛੋਟੇ ਮੋਟੇ ਕਾਨਿਆਂ ਨੂੰ, ਲੱਕੜੀਆਂ ਨੂੰ ਤੋੜ ਕੇ ਝੋਪੜੀ ਬਣਾਈ ਹੋਵੇਗੀ। ਇਸ ਤਰ੍ਹਾਂ ਘੁਰਨੀਆਂ ਵਿੱਚੋਂ ਬਾਹਰ ਨਿਕਲਿਆ। ਘੁਰਨੀਆਂ ਮਤਲਬ ਪਹਿਲੇ ਉਹ ਗੁਫਾ ਦੇ ਵਿੱਚ ਰਹਿੰਦਾ ਸੀ, ਉਸ ਤੋਂ ਬਾਅਦ ਉਹ ਝੋਪੜੀ ਵਿੱਚ ਰਹਿਣ ਲੱਗ ਗਿਆ। ਇਸ ਤਰ੍ਹਾਂ ਹੌਲੀ ਹੌਲੀ ਜਿਉਂ-ਜਿਉਂ ਮਨੁੱਖ ਦਾ ਦਿਮਾਗ ਵਿਕਸਿਤ ਹੁੰਦਾ ਗਿਆ, ਉਹ ਤਰੱਕੀ ਕਰਦਾ ਗਿਆ। ਅੱਜ ਹਰ ਚੀਜ਼ ਜੋ ਮਨੁੱਖ ਦੇ ਪਾਸ ਹੈ ਉਸਦੇ ਦਿਮਾਗ ਦੀ ਸੋਚਣ ਸ਼ਕਤੀ ਦੇ ਸਹਾਰੇ ਹੀ ਹੈ। ਆਈ ਹੋਪ ਤੁਹਾਨੂੰ ਜੋ ਹੈ ਲੈਸਨ ਸਮਝ ਆ ਗਿਆ ਹੋਵੇਗਾ। ਵੈਸੇ ਕੋਈ ਔਖਾ ਲੈਸਨ ਨਹੀਂ ਹੈ। SST ਦੇ ਵਿੱਚ ਆਦਿ ਮਾਨਵ ਬਾਰੇ ਅਤੇ ਅੱਗ ਦੀ ਖੋਜ ਬਾਰੇ ਸਭ ਬੱਚੇ ਪੜ੍ਹ ਚੁੱਕੇ ਹਨ ਅਤੇ ਥੱਲੇ ਵਰਡ ਮੀਨਿੰਗ ਦਿੱਤੇ ਹਨ, ਔਖੇ ਸ਼ਬਦਾਂ ਦੇ ਅਰਥ। ਇਹਨਾਂ ਨੂੰ ਤੁਸੀਂ ਪੜ੍ਹ ਲੈਣਾ ਇੱਕ ਵਾਰੀ। ਕੁਐਸਚਨ ਆਨਸਰ ਤੁਹਾਨੂੰ ਮੈਂ ਕੱਲ੍ਹ ਕਰਾਵਾਂਗੀ ਅਤੇ ਅੱਜ ਅਸੀਂ ਕਰਦੇ ਹਾਂ ਇਸ ਦਾ ਬੁੱਕ ਪਾਰਟ। ਔਰ ਲੈਸਨ ਨੂੰ ਸਾਰੇ ਬੱਚੇ ਇੱਕ ਵਾਰੀ ਆਪਣੇ ਆਪ ਦੁਬਾਰਾ ਪੜ੍ਹਨਗੇ ਤਾਂ ਜੋ ਪਾਠ ਜੋ ਹੈ ਚੰਗੀ ਤਰ੍ਹਾਂ ਸਮਝ ਆ ਜਾਏ ਔਰ ਥੋੜ੍ਹੇ ਜਿਹੇ ਔਖੇ ਜੋ ਅਕਸ਼ਰ ਨੇ ਪੰਜਾਬੀ ਦੇ ਉਹ ਤੁਹਾਨੂੰ ਸਮਝ ਆ ਜਾਣ। ਅਸੀਂ ਸਟਾਰਟ ਕਰਦੇ ਹਾਂ ਕੁਐਸਚਨ ਨੰਬਰ 4 ਤੋਂ ਆਪਣਾ ਬੁੱਕ ਪਾਰਟ। ਸਭ ਤੋਂ ਪਹਿਲਾਂ ਹਨ ਬਹੁ ਵਿਕਲਪੀ ਪ੍ਰਸ਼ਨ। ਕੁਦਰਤ ਨੇ ਮਨੁੱਖ ਨੂੰ ਜਾਨਵਰਾਂ ਨਾਲੋਂ ਵੱਖ ਕੀ ਦੇ ਕੇ ਭੇਜਿਆ ਹੈ? ਤਾਂ ਉਹ ਦੇ ਕੇ ਭੇਜਿਆ ਸੂਝਵਾਨ ਦਿਮਾਗ। ਮਨੁੱਖ ਨੇ ਸ਼ੁਰੂ ਵਿੱਚ ਅੱਗ ਕਿੱਦਾਂ ਬਾਲੀ ਹੋਵੇਗੀ? ਪੱਥਰਾਂ ਨੂੰ ਰਗੜ ਕੇ। ਪਿੰਡਾਂ ਵਿੱਚ ਔਰਤਾਂ ਅੱਗ ਦੀ ਸੰਭਾਲ ਕਿਵੇਂ ਕਰਦੀਆਂ ਹਨ? ਅੱਗ ਨੂੰ ਦੱਬ ਕੇ। ਲੋਕ ਅੱਗ ਨੂੰ ਕੀ ਸਮਝ ਕੇ ਪੂਜਾ ਕਰਦੇ ਹਨ? ਦੇਵਤਾ। ਸਰਦੀਆਂ ਵਿੱਚ ਅੱਗ ਮਨੁੱਖ ਨੂੰ ਕੀ ਦਿੰਦੀ ਹੈ? ਨਿੱਘ। ਠੀਕ ਹੈ। ਵਾਕਾਂ ਵਿੱਚ ਵਰਤੋਂ ਇਹ ਤੁਸੀਂ ਆਪੇ ਕਰ ਸਕਦੇ ਹੋ, ਕੋਈ ਔਖਾ ਕੰਮ ਨਹੀਂ ਹੈ। ਖਾਲੀ ਥਾਵਾਂ ਭਰੋ। ਉੱਪਰ ਹੈਲਪ ਬਾਕਸ ਦੇ ਜ਼ਰੀਏ ਤੁਹਾਨੂੰ ਵਰਡਸ ਦਿੱਤੇ ਹੋਏ ਹਨ। ਅੱਜ ਦੀ ਡੈਸ਼ ਤੱਕ ਪਹੁੰਚਣ ਲਈ ਮਨੁੱਖ ਨੂੰ ਲੱਖਾਂ ਸਾਲ ਲੱਗ ਗਏ ਤਾਂ ਅੱਜ ਦੀ ਜ਼ਿੰਦਗੀ। ਕੁਦਰਤ ਨੇ ਮਨੁੱਖ ਨੂੰ ਇੱਕ ਡੈਸ਼ ਦਿਮਾਗ ਦੇ ਕੇ ਭੇਜਿਆ ਹੈ ਸੂਝਵਾਨ। ਪਿੰਡਾਂ ਦੀਆਂ ਡੈਸ਼ ਅੱਜ ਵੀ ਅੱਗ ਦੀ ਸੰਭਾਲ ਕਰ ਲੈਂਦੀਆਂ ਹਨ ਸੁਆਣੀਆਂ। ਸਰਦੀਆਂ ਵਿੱਚ ਅਸੀਂ ਡੈਸ਼ ਅੱਗੇ ਬੈਠਣਾ ਪਸੰਦ ਕਰਦੇ ਹਾਂ ਚੁੱਲ੍ਹਿਆਂ। ਪਹਿਲਾ ਮਨੁੱਖ ਅੱਗ ਬਾਲ ਕੇ ਜਾਨਵਰਾਂ ਤੋਂ ਆਪਣੀ ਡੈਸ਼ ਕਰਦਾ ਹੋਵੇਗਾ ਸੁਰੱਖਿਆ। ਅੱਗੇ ਵਿਆਕਰਨ ਦਾ ਕੰਮ ਹੈ ਲੈਸਨ ਨਾਲ ਰਿਲੇਟਿਡ। ਸਭ ਤੋਂ ਪਹਿਲਾਂ ਹਨ ਵਚਨ ਬਦਲੀ ਕਰੋ। ਵਚਨ ਤੁਹਾਨੂੰ ਪਤਾ ਹੀ ਹੈ, ਇੱਕ ਤੋਂ ਅਸੀਂ ਜ਼ਿਆਦਾ ਬਣਾਉਂਦੇ ਹਾਂ। ਜਿਹੜੇ ਵਰਡ ਦਾ ਅਸੀਂ ਬਣਾ ਸਕਦੇ ਹਾਂ ਉਸ ਦਾ ਬਣਾਵਾਂਗੇ। ਠੀਕ ਹੈ। ਠੰਡੀ ਹਵਾ ਚੱਲ ਰਹੀ ਸੀ, ਠੰਡੀਆਂ ਹਵਾਵਾਂ ਚੱਲ ਰਹੀਆਂ ਸਨ। ਚਿੱਟੀ ਗਾਂ ਘਾਹ ਖਾ ਰਹੀ ਹੈ, ਚਿੱਟੀਆਂ ਗਾਵਾਂ ਘਾਹ ਖਾ ਰਹੀਆਂ ਹਨ। ਹੈ ਦਾ ਹਨ ਬਣਾਉਣਾ ਹੈ ਔਰ ਸੀ ਦਾ ਸਨ। ਮੱਝ ਨੇ ਕੱਟਾ ਦਿੱਤਾ ਹੈ, ਮੱਝਾਂ ਨੇ ਕੱਟੇ ਦਿੱਤੇ ਹਨ। ਪੰਡਤ ਆਰਤੀ ਕਰ ਰਿਹਾ ਹੈ, ਪੰਡਤ ਆਰਤੀਆਂ ਕਰ ਰਹੇ ਹਨ। ਪੰਡਤ ਦਾ ਬਹੁਵਚਨ ਵੀ ਪੰਡਤ ਹੀ ਹੁੰਦਾ ਹੈ। ਕਲੀ ਦੀ ਖੁਸ਼ਬੂ ਫੈਲੀ ਹੋਈ ਹੈ, ਕਲੀਆਂ ਦੀਆਂ ਖੁਸ਼ਬੂਆਂ ਫੈਲੀਆਂ ਹੋਈਆਂ ਹਨ। ਅੰਗੂਰ ਦੀ ਵੇਲ ਕਾਫੀ ਫੈਲ ਚੁੱਕੀ ਹੈ, ਅੰਗੂਰਾਂ ਦੀਆਂ ਵੇਲਾਂ ਕਾਫੀ ਫੈਲ ਚੁੱਕੀਆਂ ਹਨ। ਮਾਤਾ ਨੇ ਰਾਜੇ ਦੀ ਕਹਾਣੀ ਸੁਣਾਈ, ਮਾਤਾਵਾਂ ਨੇ ਰਾਜਿਆਂ ਦੀਆਂ ਕਹਾਣੀਆਂ ਸੁਣਾਈਆਂ। ਆ ਨੀਚੇ ਲਿਖਿਆ, ਇਹਨੂੰ ਕੰਪਲੀਟ ਕਰ ਲੈਣਾ। ਸੁਣਾਈਆਂ ਅੱਗੇ ਸਪੇਸ ਨਹੀਂ ਸੀ ਬੁੱਕ ਵਿੱਚ। ਬਰਸਾਤ ਵਿੱਚ ਚੋਅ ਚੜ੍ਹ ਜਾਂਦਾ ਹੈ, ਬਰਸਾਤਾਂ ਵਿੱਚ ਚੋਅ ਚੜ੍ਹ ਜਾਂਦੇ ਹਨ। ਨੈਕਸਟ ਕੰਮ ਜੋ ਹੈ ਲਿੰਗ ਬਦਲੀ ਕਰਨੀ ਹੈ। ਲਿੰਗ ਬਦਲੀ ਤੁਹਾਨੂੰ ਪਤਾ ਹੈ, ਨਰ ਤੋਂ ਮਾਦਾ ਅਤੇ ਮਾਦਾ ਤੋਂ ਨਰ ਬਣਾਉਣਾ ਜਾਂ ਪੁਰਖ ਤੋਂ ਇਸਤਰੀ ਬਣਾਉਣਾ। ਉਸ ਦਾ ਫੁੱਫੜ ਡਾਕਟਰ ਹੈ, ਉਸ ਦੀ ਭੂਆ ਡਾਕਟਰਨੀ ਹੈ। ਗੱਭਰੂ ਨੇ ਖੂਬ ਭੰਗੜਾ ਪਾਇਆ ਤਾਂ ਗੱਭਰੂ ਦਾ ਲਿੰਗ ਬਦਲੋ ਹੈ ਮੁਟਿਆਰ। ਮੁਟਿਆਰ ਨੇ ਖੂਬ ਭੰਗੜਾ ਪਾਇਆ। ਘੋੜਾ ਤਬੇਲੇ ਵਿੱਚ ਖੜਾ ਹੈ ਤਾਂ ਘੋੜੀ ਤਬੇਲੇ ਵਿੱਚ ਖੜੀ ਹੈ। ਨੈਕਸਟ ਹੈ ਸਪੇਰੇ ਨੇ ਸੱਪਾਂ ਦਾ ਖੇਲ ਵਿਖਾਇਆ। ਸਪੇਰੇ ਦਾ ਬਣੇਗਾ ਸਪੇਰਨ। ਸਪੇਰਨ ਨੇ ਸੱਪਣੀਆਂ ਦਾ ਖੇਲ ਵਿਖਾਇਆ। ਸੱਪਾਂ ਬਹੁਵਚਨ ਹੈ ਤਾਂ ਅਸੀਂ ਲਿੰਗ ਵੀ ਬਹੁਵਚਨ ਵਿੱਚ ਬਦਲਾਂਗੇ, ਸੱਪਾਂ ਸੱਪਣੀਆਂ। ਠੀਕ ਹੈ। ਉਸ ਦਾ ਸਾਲਾ ਵਿਦੇਸ਼ ਗਿਆ ਹੈ, ਉਸ ਦੀ ਸਾਲੀ ਵਿਦੇਸ਼ ਗਈ ਹੈ। ਰਾਜਾ ਨੌਕਰਾਂ ਨਾਲ ਸੈਰ ਕਰਦਾ ਹੈ, ਰਾਣੀ ਨੌਕਰਾਣੀਆਂ ਨਾਲ ਸੈਰ ਕਰਦੀ ਹੈ। ਸਰਪੰਚ ਨੇ ਫੈਸਲਾ ਸੁਣਾਇਆ, ਸਰਪੰਚਣੀ ਨੇ ਫੈਸਲਾ ਸੁਣਾਇਆ। ਨੈਕਸਟ ਕੰਮ ਹੈ ਸਾਡਾ, ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦਾਂ 'ਤੇ ਗੋਲਾ ਲਗਾਓ ਜੋ ਸਹੀ ਲਿਖੇ ਹੋਏ ਹਨ ਪੰਜਾਬੀ ਦੇ ਅਕੋਰਡਿੰਗ ਜੋ ਸ਼ੁੱਧ ਸ਼ਬਦ ਹਨ। ਤਾਂ ਜੋ ਸਹੀ ਹਨ ਉਹਨਾਂ 'ਤੇ ਸਰਕਲ ਲੱਗਿਆ ਹੋਇਆ, ਤੁਸੀਂ ਦੇਖ ਕੇ ਕਰ ਸਕਦੇ ਹੋ। ਜ਼ਹਿਰ ਦੀ ਸਪੈਲਿੰਗ ਜੋ ਹੈ ਉਹ ਠੀਕ ਹੈ। ਤੀਵੀਂ, ਆਜ਼ਾਦ, ਮੰਤਰੀ, ਐਵੇਂ, ਸਿਹਤ, ਦੁਪਹਿਰ, ਭਗਤੀ, ਇੰਦਰ, ਪਿਓ ਔਰ ਨਹਿਰ। ਠੀਕ ਹੈ, ਇਹਨਾਂ ਨੂੰ ਤੁਸੀਂ ਕਰ ਸਕਦੇ ਹੋ। ਅੱਜ ਦੇ ਮਨੁੱਖ ਅਤੇ ਪਹਿਲੇ ਮਨੁੱਖ ਦੀ ਤੁਲਨਾ ਕਰਦੇ ਹੋਏ 5 ਵਾਕ ਲਿਖੋ। ਤਾਂ ਇਸ ਲੈਸਨ ਨਾਲ ਰਿਲੇਟਿਡ ਤੁਸੀਂ ਕਾਪੀ 'ਤੇ ਐਕਟੀਵਿਟੀ ਬਣਾ ਸਕਦੇ ਹੋ ਕਿ ਅੱਗ ਦੀ ਖੋਜ ਕਿਵੇਂ ਕੀਤੀ। 2 ਪੱਥਰਾਂ ਨੂੰ ਰਗੜਦੇ ਹੋਏ ਲਾਈਕ ਬੁੱਕ ਦੇ ਵਿੱਚ ਪਿਕਚਰਸ ਹਨ, ਉਹਨਾਂ ਨੂੰ ਦੇਖ ਕੇ ਤੁਸੀਂ ਇੱਕ ਅੱਧੀ ਐਕਟੀਵਿਟੀ ਕਰ ਸਕਦੇ ਹੋ। ਅੱਜ ਦਾ ਤੁਹਾਡਾ ਇਹ ਹੋਮਵਰਕ ਹੈ ਕਿ ਲੈਸਨ ਨੂੰ ਰੀਡ ਕਰੋਗੇ
ਤੇ ਆਪਣਾ ਜੋ ਬੁੱਕ ਪਾਰਟ ਹੈ ਉਹ ਕੰਪਲੀਟ ਕਰੋਗੇ ਤੇ ਕੱਲ ਅਸੀਂ ਕਰਾਂਗੇ ਇਸ ਦੇ ਕੁਐਸਚਨ ਆਨਸਰਸ। ਧੰਨਵਾਦ।